Hello everyone. Today we will solve the numericals of skewness by testing or using the different methods of Karl-Pearson coefficient of skewness, Borel's coefficient of skewness. We have discussed in the previous video that the formulas for these tests or about moments. So today we will solve the numericals. ਸੋ ਦੇਖੋ ਬੇਟਾ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਆਏਗਾ ਕਿ ਉੱਥੇ ਤੁਹਾਨੂੰ ਵੀਕਲੀ ਵੇਜਿਸ ਗਿਵਨ ਹੋਣਗੇ ਵੀਕਲੀ ਵੇਜਿਸ ਲਾਈਕ 300 to 400 400 to 500 500 to 600 ਮੈਂ ਬੇਟਾ ਕੋਸ਼ਿਸ਼ ਕਰਾਂਗੀ ਕਿ ਇੱਕ ਅੱਧਾ ਨੂਮੈਰੀਕਲ ਤੁਹਾਨੂੰ ਜਿਹੜਾ ਉਹ ਸੋਲਵ ਕਰਕੇ ਦੇ ਦੇਵਾਂ ਤੇ ਬਾਕੀ ਦੇ ਮੈਂ ਤੁਹਾਨੂੰ ਸਿਰਫ ਲਿਖ ਕੇ ਦੱਸਾਂਗੀ ਸੋਲਵਿੰਗ ਤੁਸੀਂ ਖੁਦ ਕਰ ਲੈਣਾ ਐਂਡ ਇੱਥੇ ਗਿਵਨ ਹੋਏਗਾ ਨੰਬਰ ਆਫ ਵਰਕਰਸ। ਹੁਣ ਦੇਖੋ ਬੇਟਾ ਇਹ ਦੋ ਚੀਜ਼ਾਂ ਗਿਵਨ ਨੇ ਸਾਨੂੰ, ਇਹ 24 26 38 70 52 25 ਐਂਡ 15 ਤੇ ਇੱਥੇ ਲਿਖਿਆ ਹੋ ਸਕਦਾ ਹੈ ਕੰਪਿਊਟ Karl-Pearson coefficient of skewness। ਠੀਕ ਹੈ ਜੀ। ਇਹ ਦੇਖੋ ਬੇਟਾ ਸਾਨੂੰ ਦੋ ਚੀਜ਼ਾਂ ਗਿਵਨ ਨੇ, ਹੁਣ ਅਸੀਂ ਕੀ ਫਾਈਂਡ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਫਾਰਮੂਲਾ ਲਿਖਾਂਗੇ ਕਿ ਸਾਡੇ ਸਕਿਊਨੈਸ ਦਾ ਫਾਰਮੂਲਾ ਕੀ ਹੈ ਫੋਰ Karl-Pearson। ਦੇਖੋ ਮੀਨ ਮਾਈਨਸ ਮੋਡ ਓਵਰ ਸਟੈਂਡਰਡ ਡੇਵੀਏਸ਼ਨ, ਦਿਸ ਇਜ਼ ਦਾ ਫਾਰਮੂਲਾ। ਸੋ ਦੇਖੋ ਸਾਨੂੰ ਮੀਨ ਵੀ ਕੱਢਣਾ ਪਏਗਾ, ਮੋਡ ਵੀ ਕੱਢਣਾ ਪਏਗਾ ਐਂਡ ਸਟੈਂਡਰਡ ਡੇਵੀਏਸ਼ਨ ਵੀ ਕੱਢਣਾ ਪਏਗਾ। ਹੁਣ ਉਹ ਕੱਢਣ ਲਈ ਦੇਖੋ ਆਪਾਂ ਕੀ ਕਰਾਂਗੇ, ਜੇ ਪਹਿਲਾਂ ਅਸੀਂ ਮੋਡ ਫਾਈਂਡ ਕਰੀਏ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਮੋਡ ਫਾਈਂਡ ਕਰਦੇ ਹਾਂ ਤੇ ਅਸੀਂ ਉਹਦੇ ਵਿੱਚ F1 F0 ਤੇ F2 ਅਸੀਂ ਤਿੰਨ ਜਿਹੜੀਆਂ ਫ੍ਰੀਕੁਐਂਸੀਜ਼ ਜੱਜ ਕਰ ਲੈਂਦੇ ਹਾਂ। ਸਪੋਜ਼ ਹੈ 70 ਸਭ ਤੋਂ ਵੱਡਾ ਸੀਰੀਜ਼ ਦੇ ਵਿੱਚ, ਸੋ ਇਹ ਸਾਡੇ ਕੋਲ ਬੇਟਾ F1 ਆ ਜਾਂਦਾ। ਕੀ ਆ ਜਾਂਦਾ F1। ਇਸ ਤੋਂ ਉੱਪਰ ਵਾਲਾ F0 ਆ ਜਾਂਦਾ, ਇਸ ਤੋਂ ਨੀਚੇ ਵਾਲਾ F2 ਆ ਜਾਂਦਾ ਫॉर ਕੈਲਕੂਲੇਟਿੰਗ ਮੋਡ। ਦੇਖੋ ਬੇਟਾ ਜੇ ਤੁਸੀਂ ਸਮਜ਼ ਬਾਈ ਚਾਂਸ ਤੁਸੀਂ ਪਹਿਲਾਂ ਇਹ ਮੋਡ ਜਾਂ ਮੀਨ ਤੁਸੀਂ ਨਹੀਂ ਸਮਝੇ ਹੋਏ, ਪਹਿਲਾਂ ਤੁਸੀਂ ਜੇ ਇਹ ਵੀਡੀਓ ਚੰਗੀ ਤਰ੍ਹਾਂ ਦੇਖਦੇ ਹੋ, ਸਟੈਪ ਬਾਏ ਸਟੈਪ ਸੁਣਦੇ ਹੋ ਤੇ ਤੁਹਾਨੂੰ ਬੇਸ਼ੱਕ ਕਿ ਮੋਡ ਐਂਡ ਮੀਨ ਵੀ ਕੱਢਣਾ ਆ ਜਾਏਗਾ। ਠੀਕ ਹੈ, ਦੇਖੋ ਸਭ ਤੋਂ ਵੱਡੀ ਨੂੰ ਤੁਸੀਂ F1 ਲੈਣਾ, ਉਸ ਤੋਂ ਪਿਛਲੇ ਨੂੰ ਤੁਸੀਂ F0 ਲੈਣਾ ਤੇ ਉਸ ਤੋਂ ਅਗਲੇ ਨੂੰ ਤੁਸੀਂ F2 ਲੈਣਾ। ਹੁਣ ਦੇਖੋ ਸਾਡੇ ਕੋਲ ਇਹ ਤਿੰਨ ਚੀਜ਼ਾਂ ਆ ਗਈਆਂ। ਜਿਹੜਾ ਵੀ F1 ਹੋਏਗਾ ਉਹਦੇ ਕੋਰਸਪੋਂਡਿੰਗ ਜਿਹੜਾ ਕਲਾਸ ਇੰਟਰਵਲ ਹੋਏਗਾ ਉਹ ਅਸੀਂ ਸਿਲੈਕਟ ਕਰ ਲਾਂਗੇ। ਠੀਕ ਹੈ ਬੇਟਾ। ਹੁਣ ਦੇਖੋ ਜੇ ਅਸੀਂ ਹੁਣ ਇੱਥੇ ਲਿਖਾਂਗੇ ਮੋਡ ਲਾਈਜ਼ ਬਿਟਵੀਨ 600 to 700। ਠੀਕ ਹੈ ਬੇਟਾ। ਹੁਣ ਇਹ ਅਸੀਂ ਸਿਲੈਕਟ ਕਰ ਲਿਆ। ਮੋਡ ਦਾ ਫਾਰਮੂਲਾ ਕੀ ਹੈ ਧਿਆਨ ਨਾਲ ਦੇਖੋ, L ਪਲੱਸ F1 ਮਾਈਨਸ F0 F0 ਜਿਹਨੂੰ ਕਹਿੰਦੇ ਆ 2F1 ਮਾਈਨਸ F0 ਮਾਈਨਸ F2 ਮਲਟੀਪਲਾਈ ਬਾਈ H ਕੀ ਹੈਗਾ ਸਾਡੇ ਕੋਲ ਕਲਾਸ ਇੰਟਰਵਲ। ਠੀਕ ਹੈ ਬੇਟਾ। ਹੁਣ L ਦੀ ਕੀ ਵੈਲਿਊ ਹੈ, L ਇਜ਼ ਲੋਅਰ ਲਿਮਿਟ, so L is 600, F1 is 70, F0 is 38. Now 2 into 70 minus 38 minus 52 multiply by कितना क्लास इंटरवल है इन्हों का 100। कितना क्लास इंटरवल है 100। सो अगर असी इस चीज़ को सोल्व करते हैं तो साढ़े कोल की आ जाएगा, मोड की वैल्यू आ जाएगी 700। देखो बाय यूजिंग कैलकुलेटर
70 माइनस 38 32 अपॉन 140 माइनस 38 माइनस 52 ਇਹ 100 ਜਿਹੜਾ ਉਹ ਇਹਦੇ ਨਾਲ ਲੱਗ ਗਿਆ। ਹੁਣ ਦੇਖੋ 600 ਹੁਣ ਆਪਾਂ ਇਹਨੂੰ ਸੋਲਵ ਕਰ ਲੈਣਾ। 140 ਮਾਈਨਸ 38 ਮਾਈਨਸ 52 ਇਹ ਤੁਹਾਡੇ ਕੋਲ ਆ ਗਿਆ ਜੀ 50। 50 ਨੂੰ 100 ਨਾਲ ਅਸੀਂ ਡਿਵਾਈਡ ਕੀਤਾ, ਇਹ ਆ ਗਿਆ 2 बेटा। 32 2 ज़ा 64, सो 600 प्लस 64 664 इज़ द वैल्यू फॉर मोड। ठीक है जी। नैक्सट हूँ असी करांगे मीन। हूँ देखो सानू पता है कि यह तुहाडे कोल एक्स दियां वैल्यूज़ ने, यह तुहाडे कोल इहनूं क्लास इंटरवल कहंदे आ। बेशक तुसी जिस तरह भी किया होएगा यह एफ है। हुण जे असी एक्स कढ़ना है, जे बेटा तुहानूं जरूरत हैगी है कि मैं मीन मीडियन मोड भी दोबारा करवावां तो मैनूं उहदे लई जे तुसी कमेंट्स विच दसोगे तो मैं जरूर उहदियां भी वीडियोज़ तुहाडे नाल शेयर करांगी। हुण एक्स की वैल्यू की है लोअर लिमिट प्लस अपर लिमिट डिवाइडेड बाय 2। लोअर लिमिट कितनी है 3 ते 4 700 कितना आ जाएगा 350। फिर 900 कितना आ जाएगा 450 550 650 750 850 ते 950 ਇਹ ਤੁਹਾਡੇ ਕੋਲ एक्स ਦੀਆਂ वैल्यूज़ आ गई। ठीक है बेटा। ਹੁਣ जो ਤੁਹਾਡੇ ਕੋਲ एक्स ਦੀਆਂ वैल्यूज़ आ गई तो तुसी फाइंड करोगे डी की वैल्यू आएगी एक्स माइनस तुसी आर्बिट्रेरी कोई भी वैल्यू करनी है। सपोज मैं 550 कर गई। कई टीचर्स ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਤੁਸੀਂ ਸੈਂਟਰਲ ਵੈਲਿਊ ਲੈਣੀ ਹੈ ਹਮੇਸ਼ਾ, ਬਟ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਬੇਟਾ। ਤੁਸੀਂ ਇਹ ਪੂਰੀ ਸੀਰੀਜ਼ ਵਿੱਚੋਂ x ਦੇ ਵਿੱਚੋਂ ਆਰਬਿਟਰੇਰੀ ਮੀਨ ਦਾ ਮਤਲਬ ਹੁੰਦਾ ਤੁਸੀਂ ਕੋਈ ਵੀ ਵੈਲਿਊ ਲੈ ਸਕਦੇ ਹੋ। मैं ए की वैल्यू चक्की 550 अपॉन हूँ अपॉन का मतलब जे मैं सी की वैल्यू देखो इन्होंने डिफरेंस कितना जा गया 100 का जा गया। सो मैं 100 में डिवाइड कर दाँगी। हूँ देखो मैं एक वैल्यू तुम करके दिखानी हाँ। जे मैं 350 माइनस 550 करा तो उन्होंने मैं 100 में डिवाइड करा तो मेरे को आंसर आता है -2। जे मैं 450 कराँगी 100 डिवाइड कराँगी -1 0 1 2 3 4 तुसी सॉल्विंग करके देख लेना। ठीक है बेटा। हूँ यह तुहाडे कोल वैल्यूज़ आ गई डी दियाँ वैल्यूज़ तो बाद जे मैं एफ डी कढ़ना होवे तो मैं ए डी की वैल्यू को किहदे नाल मल्टीप्लाई कराँगी 24 दे नाल एफ दे नाल कितना आ जाएगा बेटा -48 -26 0 70 104 75 एंड 60। हूँ की करना होंदा है जो तुसी इहदा समेशन कढ़ना होंदा बेटा समेशन एफ डी। जो मैं समेशन कढ़ना है माइनस वाली वैल्यूज़ को वखरा ऐड कर देना, पॉजिटिव वैल्यूज़ को वखरा ऐड कर देना। देखो बेटा 70 मैं तेनों देखो तुहानूं लाइव करके दिखा रही हाँ। 104 प्लस 75 प्लस 60 ਇਹਦਾ आंसर आ गया 309। 309 है मैं रफ वर्क भी इत्थे लिख लिया 309। तो जे मैं ਇਹ 48 ਤੇ 26 ਨੂੰ ਇਹਦੇ ਚੋਂ ਮਾਈਨਸ ਕਰਦਾ 309 ਮਾਈਨਸ 74 ਇਹ ਆ ਗਿਆ ਬੇਟਾ 235 कितना आ गया मेरे को 235। एक बार मैं फिर तो चेक कर लवां 70 104 75 60 -48 -26 235 is the value for summation FD। सो summation FD सानू काहदे लई चाहीदा है बेटा जे तुसी ये पूरा पेज एक बार देखना होवे तो यह तुसी देख सकते हो। जे तुसी स्क्रीनशॉट वगैरह लैने होण
तो बाद देखो बेटा मैं मीन की वैल्यू कड्डांगी ए प्लस समेशन एफ डी अपॉन समेशन एफ इंटू सी। हुण देखो बेटा ए की वैल्यू असी गई सी 550, समेशन एफ डी आया 235, समेशन एफ साढ़े को गया 250, सी की वैल्यू हैगी है 100। इनू सॉल्विंग करन तो बाद देखो की बचेगा साढ़े कोल 235 डिवाइडेड बाय 25 प्लस 550 559.4 यह साढ़े को आ गया एक्स बार। बेटा हूँ असी फाइंड करना है स्टैंडर्ड डेविएशन जिन्होंने असी सिग्मा नाल डिनोट करते हैं। ਉਹਦੇ ਲਈ मैं पहले डी स्केयर फाइंड करांगी। मेरे को डी दियाँ वैल्यूज़ हैगियां सी आई थिंक -2 तो 4 तक। -2 का स्केयर मैं करांगी तो 4 बन जाएगा 1 0 1 4 9 एंड 16 4 तक सी ना। इन्हां दे स्क्वेयर्स करने हैं। अगेन इनू एफ दे नाल बेटा असी मल्टीप्लाई करना। हुण 4 नू मैं मल्टीप्लाई करना है 24 नाल। 24 4s are 96। फिर 1 को मल्टीप्लाई करना है 26 नाल 0। फिर 1 को मैं मल्टीप्लाई करना है 70 दे नाल। फिर मैं 4 को मल्टीप्लाई करना है 52 दे नाल। फिर मैं 9 को मल्टीप्लाई करना है 25 दे नाल। फिर मैं 16 को मल्टीप्लाई करना है 15 दे नाल। ठीक है जी। हुण असीं इन्हां सारिਆਂ ਨੂੰ ऐड करांगे 96 26 70 208 225 एंड 240। यह मेरे को आ गया जी 865 समेशन एफ डी स्क्वायर। हुण स्टैंडर्ड डेविएशन का की फॉर्मूला है बेटा। स्टैंडर्ड डेविएशन का फॉर्मूला हुंदा है अंडर रूट समेशन एफ डी स्क्वायर अपॉन समेशन एफ माइनस समेशन एफ डी अपॉन समेशन एफ दा होल स्क्वायर। तो क्योंकि असी 100 का डिवाइड किया होया डी नूं ते इत्थे 100 या फिर एच जिहड़ा वो मल्टीप्लाई होएगा फार्मूले दे नाल। हुण देखो एफ डी स्क्वायर है 865 अपॉन 250 माइनस हुण देखो बेटा समेशन एफ डी अपॉन समेशन एफ ए वाला ही फार्मूला ना। तुसीं देखो 235 ओवर 250 ए सोल्विंग करन तो बाद स्क्वायर करना है। जिन्ना भी अंडर रूट का आंसर आंदा उन्होंने 100 नाल मल्टीप्लाई करना। हुण देखो बेटा 865 डिवाइडेड बाय 250 ये आ गया जी 3.46। 235 डिवाइडेड बाय 250 0.94 का स्क्वायर आ गया 0.883। हूँ 3.46 माइनस 0.883 ये आ गया जी 2.577। ਇਹਦਾ अंडर रूट निकाल देंगे तो इनू 100 नाल मल्टीप्लाई कर देंगे तो वो तुहाडे को आंसर आ गया बेटा 160.5। कितना आ गया जी 160.5। देखो बेटा मैं दोबारा तो दस रही हाँ कि पहला इनू मेरे नाल असी मल्टी फॉर्मूला लगावांगे। फिर ये समेशन एफ डी स्क्वायर का असी वैल्यू ऐड की। इन्हां दे विच भी वैल्यूज ऐड करके सोल्विंग करके ये स्क्वेयरिंग करनी है डिवाइड करन तो बाद। फिर यदा अंडर रूट निकाल के जिन्ना आंसर आंदा उन्होंने असी 100 नाल मल्टीप्लाई कर देना। सो वह तुहाडे कोल सिग्मा की वैल्यू आ गई। हुण की करना असी मेन गल आ जाओ कि असी कार्ल-पियरसन की स्क्यूनेस कढनी सी। मीन माइनस मोड अपॉन स्टैंडर्ड डेविएशन। हुण देखो बेटा साढ़े को मीन कितना आया सीगा 559.4 एंड मोड आया सी
664 ਤੇ ਸਟੈਂਡਰਡ ਡੈਵੀਏਸ਼ਨ ਆਇਆ ਸੀ 160.5। ਠੀਕ ਹੈ ਜੀ। ਹੁਣ ਇਹਨੂੰ ਮਾਈਨਸ ਕਰਾਂਗੇ 559.4 ਮਾਈਨਸ 664 ਡਿਵਾਈਡਡ ਬਾਏ 160.5। ਇਹ ਆਨਸਰ ਆ ਗਿਆ ਜੀ ਮਾਈਨਸ 0.65 that is less than 0। ਸੋ ਤੁਸੀਂ ਲਿਖਣਾ ਹੈ wages, weekly wages ਸੀ ਨਾ, wages are negatively skewed। ਦੇਖੋ ਬੇਟਾ ਤੁਹਾਡੇ ਜਿਹੜੇ ਆਨਸਰਸ ਨੇ ਪੂਰੇ ਸਟੈਟਸ ਦੇ ਵਿੱਚ ਤੁਹਾਡੇ ਜਿਹੜੇ ਆਨਸਰਸ ਨੇ ਉਹ ਵੈਰੀ ਕਰ ਸਕਦੇ ਨੇ। ਮਤਲਬ ਕਿਸੇ ਦਾ ਆਨਸਰ ਕੁਝ ਹੋਰ ਹੋਏਗਾ, ਕਿਸੇ ਦਾ ਕੁਝ ਉਹ ਕਿਉਂ ਹੋਏਗਾ। ਦੇਖੋ ਨਾ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਆਰਬਿਟਰੀ ਏ ਹੈ ਆਪਾਂ ਕੁਝ ਵੀ ਲੈ ਸਕਦੇ ਹਾਂ। ਹੁਣ ਤੁਸੀਂ 550 ਲਿਆ, ਹੋ ਸਕਦਾ ਕਿਸੇ ਨੇ 850 ਲਿਆ ਹੋਵੇ, ਕਿਸੇ ਨੇ 650 ਲਿਆ ਹੋਵੇ, ਕਿਸੇ ਨੇ 350 ਲਿਆ, ਉਹਦੇ ਅਕੋਰਡਿੰਗ ਉਹਨਾਂ ਦੇ ਆਨਸਰਸ ਜਿਹੜੇ ਨੇ ਚੇਂਜ ਹੋ ਜਾਣਗੇ। ਬਟ ਤੁਹਾਡਾ ਜਿਹੜਾ ਇਹ ਆਨਸਰ ਹੈ ਇਹ ਚੇਂਜ ਨਹੀਂ ਹੋਏਗਾ ਕਿ ਜੇ ਮਾਈਨਸ ਵਿੱਚ ਨੈਗੇਟਿਵ ਵਿੱਚ ਆ ਰਿਹਾ ਆਨਸਰ ਸਕਿਊਨੈਸ ਦਾ ਤੇ ਨੈਗੇਟਿਵ ਹੀ ਆਏਗਾ, ਚਾਹੇ ਤੁਸੀਂ ਆਰਬਿਟਰੀ ਮੀਨ ਕੁਝ ਵੀ ਕਰ ਲਓ। ਸਮਝ ਆ ਗਈ। ਸੋ ਇਹ ਤੁਹਾਡਾ ਸਾਰਾ ਨੂਮੈਰੀਕਲ ਸੋਲਵ ਕੀਤਾ। ਜੇ ਇਸ ਤਰ੍ਹਾਂ ਪੇਪਰ ਦੇ ਵਿੱਚ ਆਉਣਾ ਹੈ ਉਹ ਇਹ ਤੁਹਾਡਾ 8 to 10 ਮਾਰਕਸ ਦਾ ਕੁਐਸਚਨ ਆਉਣਾ ਪੇਪਰ ਦੇ ਵਿੱਚ, 8 to 10 ਮਾਰਕਸ ਦਾ। ਅਤੇ ਨਾਲ ਇਹਦੇ ਕੁਛ ਡਿਫਾਈਨਸ ਆ ਜਾਂਦੇ ਹੈ, ਕੁਛ ਇਹਨਾਂ ਦੇ ਫਾਰਮੂਲਾਜ਼ ਉਹ ਬੋਲ ਦਿੰਦੇ ਆ ਕਿ ਫਾਰਮੂਲਾਜ਼ ਦਿਖਾਓ ਨਿਕਾਲ ਕੇ ਜਾਂ ਡਰਾਈਵ ਕਰਕੇ, ਅਤੇ ਉਹਦੇ ਮਾਰਕਸ ਜਿਹੜੇ ਨੇ ਫਿਰ ਉਹ 16 ਬਣ ਜਾਂਦੇ ਆ ਟੋਟਲ। 2 ਪਾਰਟਸ ਵਿੱਚ ਕੁਐਸਚਨ ਆਉਂਦਾ। ਠੀਕ ਹੈ ਜੀ ਬੇਟਾ। ਜੇ ਤੁਸੀਂ ਸਕਰੀਨਸ਼ਾਟ ਲੈਣਾ ਹੋਵੇ ਤਾਂ ਤੁਸੀਂ ਬੇਸ਼ੱਕ ਲੈ ਸਕਦੇ ਹੋ। ਓਕੇ ਬੇਟਾ। ਹਾਂਜੀ ਨੈਕਸਟ ਤੁਸੀਂ ਬੇਟਾ ਇਹ ਇੱਕ ਕੁਐਸਚਨ ਨੋਟ ਕਰ ਲਓ ਅਤੇ ਇਹ ਤੁਸੀਂ ਆਪਣੇ ਆਪ ਇਹਦੀ ਸੋਲਵਿੰਗ ਕਰਕੇ ਦੇਖੋ। ਦਿਸ ਵਨ ਅਤੇ ਇਹਦਾ ਜਿਹੜਾ ਆਨਸਰ ਹੈ ਉਹ ਦੇਖੋ ਨੈਗੇਟਿਵ ਦੇ ਵਿੱਚ ਆ ਰਿਹਾ ਹੈ, ਇੱਥੇ ਪੋਜ਼ੀਟਿਵ ਆ ਰਿਹਾ ਹੈ, ਬਟ ਇਹਦੇ ਉੱਪਰ ਕਰੈਕਸ਼ਨ ਕੀਤੀ ਹੋਈ ਹੈ, ਹੋ ਸਕਦਾ ਕਿ ਨੈਗੇਟਿਵ ਆ ਗਿਆ ਹੋਵੇ। ਤੁਸੀਂ ਇਸ ਚੀਜ਼ ਨੂੰ ਇਹਦਾ ਜਿਹੜਾ ਕੈਲਕੂਲੇਟ ਕਰਕੇ ਦੱਸਣਾ ਕਿ ਸਕਿਊਨੈਸ ਕਿਹੜੀ ਹੈ, ਪੋਜ਼ੀਟਿਵ ਹੈ ਕਿ ਨੈਗੇਟਿਵ। ਠੀਕ ਹੈ ਜੀ। ਹਾਂਜੀ ਹੁਣ ਦੇਖੋ ਬੇਟਾ ਜਦੋਂ ਤੁਸੀਂ ਬੋਰੇ ਦਾ ਕੋਐਫੀਸ਼ੀਐਂਟ ਕੱਢਣਾ ਹੈ, ਬੋਰੇ ਦੀ ਕੱਢਣ ਵਾਸਤੇ ਬੇਟਾ ਤੁਹਾਨੂੰ ਕੀ ਚਾਹੀਦਾ ਹੈ? ਇੱਕ ਤੁਹਾਨੂੰ Q3 ਚਾਹੀਦਾ, ਇੱਕ ਤੁਹਾਨੂੰ Q1 ਚਾਹੀਦਾ, ਇੱਕ ਤੁਹਾਨੂੰ ਮੀਡੀਅਨ ਚਾਹੀਦਾ। ਮਤਲਬ 3 ਚੀਜ਼ਾਂ ਚਾਹੀਦੀਆਂ ਕਿਸੇ ਇੱਕ ਸੀਰੀਜ਼ ਦੀਆਂ। ਅਤੇ ਉਹਦੇ ਲਈ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜਾ ਫਾਰਮੂਲਾ ਉਹ ਕੀ ਹੈਗਾ। ਮੈਂ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਸੀ ਬੇਟਾ, Q3 + Q1 - 2 ਮੀਡੀਅਨ ਅਪੋਨ Q3 - Q1। ਇਹ ਤੁਹਾਡਾ ਬੋਰੇ ਦਾ ਫਾਰਮੂਲਾ ਹੈ। ਠੀਕ ਹੈ ਜੀ। ਹੁਣ ਦੇਖੋ ਬੇਟਾ, ਹੁਣ ਸਪੋਜ਼ ਤੁਹਾਨੂੰ ਸੀਰੀਜ਼ ਦਿੱਤੀ ਹੋਈ ਹੈ, x ਦੀ ਵੈਲਿਊ ਹੈ 25, 50, 75, 100, 125 ਅਤੇ f ਦਿੱਤਾ ਹੋਇਆ ਤੁਹਾਨੂੰ 35, 40, 48, 100, 125। ਠੀਕ ਹੈ ਬੇਟਾ। ਹੁਣ ਇਹਦੇ ਵਿੱਚ ਅਸੀਂ ਇੱਕ ਤਾਂ ਮੀਡੀਅਨ ਕੱਢਣਾ, Q1 ਕੱਢਣਾ, Q3 ਕੱਢਣਾ। ਫਾਰਮੂਲੇ ਮੈਂ ਇੱਥੇ ਲਿਖਣ ਜਾ ਰਹੀ ਹਾਂ। ਸਾਈਜ਼ ਆਫ ਨਹੀਂ ਆਏਗਾ ਇੱਥੇ, L + N/2 - CF ਅਪੋਨ F × C। Q1 ਕੱਢਣ ਵਾਸਤੇ L1 +
n over 4 minus CF upon F into C. L1 plus 3n over 4 minus CF over F into C. ਇਹ ਤੁਹਾਡੇ ਤਿੰਨੋਂ ਫਾਰਮੂਲਾਜ਼ ਆ ਗਏ। ਇਹਦੇ ਲਈ ਕੀ ਕਰਨਾ ਹੈ ਬੇਟੇ, ਪਹਿਲੇ CF ਕੱਢਣੀ ਹੈ 35 ਇਹਦੇ 'ਚ ਐਡ ਹੋ ਕੇ ਆ ਜਾਏਗਾ 75, ਫਿਰ ਐਡ ਹੋ ਕੇ ਆਏਗਾ, ਫਿਰ ਐਡ ਹੋ ਕੇ ਇਸ ਤਰ੍ਹਾਂ ਤੁਹਾਡੀ CF ਆ ਜਾਏਗੀ। CF ਦੇ ਵਿੱਚ ਉਸ ਤੋਂ ਬਾਅਦ ਜੇ ਤੁਸੀਂ ਮੀਡੀਅਨ ਕੱਢਣਾ ਪੁੱਤਰ, ਪਹਿਲਾਂ ਤੁਸੀਂ n/2 ਫਾਈਂਡ ਕਰੋਗੇ। n ਕੱਢਣ ਵਾਸਤੇ ਸਮੇਸ਼ਨ F ਫਾਈਂਡ ਕਰੋਗੇ, n/2 ਆ ਜਾਏਗਾ। ਫਿਰ ਤੁਸੀਂ ਦੇਖੋਗੇ ਕਿ ਕਿੱਥੇ ਲਾਈ ਕਰਦਾ ਪਿਆ, ਅਤੇ ਨਹੀਂ ਬੇਟਾ ਇਹਦੇ ਵਿੱਚ ਜੇ ਤੁਹਾਡੇ ਦਿੱਤਾ ਹੋਵੇ ਡਾਟਾ, ਸਪੋਜ਼ 10 to 20, 20 to 30, 30 to 40, 40 to 50, 50 to 60। ਇਹ ਸਟੇਟਮੈਂਟ ਬੇਟਾ ਇਸ ਤਰ੍ਹਾਂ ਹੈਗੀ ਜੀ, ਧਿਆਨ ਨਾਲ ਦੇਖ ਲਓ। ਉਸ ਤੋਂ ਬਾਅਦ ਫਿਰ ਇਹ ਫਾਰਮੂਲਾ ਤੁਹਾਡਾ ਲੱਗੇਗਾ। ਠੀਕ ਹੈ, ਤੁਸੀਂ n/2 ਫਾਈਂਡ ਕਰਨਾ। ਇਹਦੇ ਲਈ ਸਭ ਤੋਂ ਪਹਿਲਾਂ 3n/4 n/4 ਫਾਈਂਡ ਕਰਨਾ। ਇਹਦੇ ਲਈ 3n/4 ਫਾਈਂਡ ਕਰਨਾ। ਫਿਰ CF ਜਸਟ ਗ੍ਰੇਟਰ ਦੈਨ ਦੇਖ ਕੇ ਉਹਦੇ ਸਾਹਮਣੇ ਦਾ ਕਲਾਸ ਇੰਟਰਵਲ ਸਿਲੈਕਟ ਕਰਕੇ ਮੈਂ ਮੀਡੀਅਨ ਇੱਕ ਤੁਹਾਨੂੰ ਕੱਢ ਕੇ ਦਿਖਾ ਦੇਵਾਂ। ਜੇ ਮੀਡੀਅਨ ਕੱਢਣਾ ਹੋਵੇ ਤਾਂ n/2 ਨਿਕਾਲਣਾ ਹੈ। ਉਹਦੇ ਲਈ 35 plus 40 plus 48 plus 100 plus 125, 348/2, 174 ਆ ਗਿਆ। ਹੁਣ 174 ਕਿੱਦਾਂ ਆਏਗਾ, 48 plus 75, 123, 223, 348। ठीक है, 174 CF जस्ट ग्रेटर दैन, ਹੁਣ ਤੁਸੀਂ ਦੇਖਣਾ ਹੈ CF जस्ट ग्रेटर दैन 174 इज इक्वल टू 223। ਹੁਣ ਕੋਰਸਪੋਂਡਿੰਗ ਕਲਾਸ ਇੰਟਰਵਲਸ ਕਿਹੜੇ ਨੇ, 40 to 50। ਹੁਣ ਦੇਖੋ ਬੇਟਾ ਸਾਡੇ ਕੋਲ L ਦੀ ਜਿਹੜੀ ਵੈਲਿਊ ਹੈ ਉਹ ਆ ਗਈ 40, n/2 ਦੀ ਵੈਲਿਊ ਸਾਡੇ ਕੋਲ ਆ ਗਈ 174। CF ਅਸੀਂ ਕਿਹੜੀ ਲਵਾਂਗੇ, ਪਿਛਲੇ ਵਾਲੀ ਲਵਾਂਗੇ। ਜਿਵੇਂ ਅਸੀਂ ਇਹ ਸਿਲੈਕਟ ਕੀਤਾ ਹੈ ਨਾ, ਅਤੇ ਅਸੀਂ ਇਸ ਤੋਂ ਪਿਛਲਾ ਲਵਾਂਗੇ CF ਕਿੰਨੀ ਲਵਾਂਗੇ, 123। ਠੀਕ ਹੈ ਜੀ, ਅਤੇ F ਇਹਦੇ ਸਾਹਮਣੇ ਵਾਲਾ ਲਵਾਂਗੇ 100। ਇਹ ਸਾਰਾ ਫਾਰਮੂਲਾ ਯੂਜ਼ ਕਰਨ ਤੋਂ ਬਾਅਦ ਇਹਦੇ ਵਿੱਚ ਅਪਲਾਈ ਕਰਨੀਆਂ ਸਾਰੀਆਂ ਵੈਲਿਊਜ਼ ਇਹ ਮੀਡੀਅਨ ਦੇ ਵਿੱਚ। ਫਿਰ ਕਿਉਂ ਇਸੇ ਤਰ੍ਹਾਂ ਹੀ ਤੁਸੀਂ Q1 ਕੱਢਣਾ, Q3। ਹੁਣ Q1 ਕੱਢਣ ਲਈ ਬੇਟਾ ਤੁਸੀਂ ਪਹਿਲਾਂ n/4 ਨਿਕਾਲੋਗੇ, 348 ਨੂੰ 4 ਨਾਲ ਡਿਵਾਈਡ ਕਰੋਗੇ, $87। ਹੁਣ CF 87 ਤੋਂ ਵੱਡੀ ਦੇਖਣੀ ਹੈ ਤੁਸੀਂ, CF 87 ਤੋਂ ਵੱਡੀ ਇਹ ਆ ਗਈ, ਇਹ ਆ ਗਿਆ Q/4, ਇਹ ਆ ਗਿਆ Q/2। ਇਸ ਤਰ੍ਹਾਂ ਤੁਸੀਂ ਫਾਰਮੂਲਾਜ਼ ਨਿਕਾਲ ਕੇ ਤੇ ਸਾਰੇ ਤਿੰਨੇ ਚੀਜ਼ਾਂ ਨਿਕਾਲਣ ਤੋਂ ਬਾਅਦ ਤੁਸੀਂ ਇਸ ਫਾਰਮੂਲਾ ਦੇ ਵਿੱਚ ਅਪਲਾਈ ਕਰਦੇ ਹੋ। ਠੀਕ ਹੈ ਜੀ, ਓਕੇ ਬੇਟਾ, ਤੁਸੀਂ ਕੋਸ਼ਿਸ਼ ਕਰਨੀ ਹੈ ਜ਼ਿਆਦਾ ਤੋਂ ਜ਼ਿਆਦਾ ਸਮ ਸੋਲਵ ਕਰਨ ਦੀ। ਇਸੇ ਤਰ੍ਹਾਂ ਹੀ ਜਿਹੜੀਆਂ ਨੇ ਅਸੀਂ ਮੂਵਮੈਂਟਸ ਜਿਹੜੀਆਂ ਨੇ ਹੁਣ ਉਹਨਾਂ ਦੇ ਕੁਐਸਚਨਸ ਕੱਲ੍ਹ ਆਪਾਂ ਕਰਾਂਗੇ। ਇੱਕ ਵਾਰ ਮੂਵਮੈਂਟਸ ਤੋਂ ਹੀ ਸਾਡੇ ਜਿਹੜੇ ਕਰਟੋਸਿਸ ਨੇ ਉਹ ਫਾਈਂਡ ਆਊਟ ਹੋਣਗੇ। ਕਰਟੋਸਿਸ ਬਾਰੇ ਮੈਂ ਕੱਲ੍ਹ ਤੁਹਾਨੂੰ ਇੱਕ ਵਾਰ ਜਾਣਕਾਰੀ ਦੇਵਾਂਗੀ ਅਤੇ ਕੱਲ੍ਹ ਸਾਡਾ ਨਾਲ ਹੀ ਉਹਦੇ ਨਾਲ ਹੀ ਸਾਡਾ ਚੈਪਟਰ ਜਿਹੜਾ ਇਹ ਖ਼ਤਮ ਹੋ ਜਾਏਗਾ। ਥੈਂਕ ਯੂ ਜੀ।